Welcome back to News TV 84. Break to baad ਸਾਡੇ ਨਾਲ ਜੁੜ ਚੁੱਕੇ ਨੇ ਡਾਕਟਰ ਪ੍ਰਿਤਪਾਲ ਸਿੰਘ, ਕੋਆਰਡੀਨੇਟਰ ਆਫ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ। ਜੀ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ। ਵੀਰ ਜੀ, ਜਿਸ ਤਰ੍ਹਾਂ ਤੁਸੀਂ ਜਾਣਦੇ ਹੀ ਹੋ ਕਿ ਅੱਜ ਬਾਬਾ ਦੀਪ ਸਿੰਘ ਜੀ ਦਾ ਸ਼ਹੀਦੀ ਦਿਨ ਹੈ, ਇਸ ਮਹਾਨ ਦਿਨ ਦੇ ਮੌਕੇ ਤੁਸੀਂ ਕੀ ਕਹਿਣਾ ਚਾਹੋਗੇ? ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡੇ ਅਦਾਰੇ ਦਾ ਆਪਣੀ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਧੰਨਵਾਦ ਕਰਦਾ ਕਿ ਸਾਨੂੰ ਤੁਸੀਂ ਸਮੇਂ-ਸਮੇਂ ਸੰਗਤਾਂ ਦੇ ਨਾਲ ਰੂਬਰੂ ਕਰਦੇ ਰਹਿੰਦੇ ਹੋ। ਜੀ ਸ਼ੁਕਰੀਆ। ਤੇ ਜਿਵੇਂ ਤੁਸੀਂ ਸਵਾਲ ਪੁੱਛਿਆ, ਅੱਜ ਬਾਬਾ ਜੀ ਦਾ ਸ਼ਹੀਦੀ ਦਿਨ ਹੈ। ਸਾਡੇ ਲਈ ਸਭ ਤੋਂ ਪਹਿਲਾਂ ਤਾਂ ਇੱਕ ਬੜੇ ਮਾਣ ਔਰ ਫਖਰ ਦੀ ਗੱਲ ਹੈ ਕਿ ਕੌਮ ਨੇ ਏਡੇ ਵੱਡੇ ਵਿਦਵਾਨ, ਸ਼ਹੀਦ, ਸਿਰਲੱਥ ਯੋਧੇ ਜਿਹੜੇ ਪੈਦਾ ਕੀਤੇ ਨੇ। ਬਿਲਕੁਲ। ਤੇ ਬਾਬਾ ਜੀ ਇੱਕ ਛੋਟੇ ਜਿਹੇ ਕਿਸਾਨੀ ਪਰਿਵਾਰ ਦੇ ਵਿੱਚ ਪੈਦਾ ਹੋ ਕੇ 12 ਕੁ ਸਾਲ ਦੀ ਉਮਰ 'ਚ ਉਹ ਗੁਰੂ ਸਾਹਿਬ ਕੋਲ ਜਾਂਦੇ ਨੇ, ਅਨੰਦਪੁਰ ਸਾਹਿਬ। ਤੇ ਗੁਰੂ ਸਾਹਿਬ ਨੂੰ ਵੀ ਉਹ ਖਿੱਚਦੇ ਨੇ, ਜਿਹੜੀ ਉਹਨਾਂ ਦੀ ਬਹਿਣ ਉੱਠਣੇ ਆ ਜਾਂ ਸ਼ਖਸੀਅਤ ਹੈ। ਔਰ ਉੱਥੇ 7-8 ਸਾਲ ਉਹ ਲਗਾਤਾਰ ਰਹਿ ਕੇ ਹਰ ਤਰ੍ਹਾਂ ਦੀ ਵਿੱਦਿਆ, ਮਤਲਬ ਲੈਂਗੁਏਜ ਦੇ ਵਿੱਚ, ਘੋੜ ਸਵਾਰੀ ਦੇ ਵਿੱਚ, ਸ਼ਾਸਤਰ ਵਿੱਦਿਆ, ਇਸ ਤਰ੍ਹਾਂ ਦਾ ਕਾਫੀ ਉੱਥੇ ਉਹ ਅਧਿਐਨ ਕਰਕੇ ਤੇ ਵਾਪਸ ਆਪਣੇ ਪਿੰਡ ਪਊ ਆ ਜਾਂਦੇ ਨੇ। ਤੇ ਜਦੋਂ ਗੁਰੂ ਸਾਹਿਬ ਕਿਲ੍ਹਾ ਛੱਡਦੇ ਨੇ, ਉਦੋਂ ਇਹ ਫਿਰ ਇਹਨਾਂ ਨੂੰ ਪਤਾ ਲੱਗਦਾ ਵੀ ਗੁਰੂ ਸਾਹਿਬ ਤਲਵੰਡੀ ਸਾਬੋਂ ਹੈਗੇ। ਇਹ ਫਿਰ ਉੱਥੇ ਜਾ ਕੇ ਉਹਨਾਂ ਨੂੰ ਮਿਲਦੇ ਨੇ। ਤੇ ਗੁਰੂ ਸਾਹਿਬ ਦੀ ਜ਼ਿੰਦਗੀ ਦੇ ਵਿੱਚ ਜਿਹੜੀ ਵਿਸ਼ੇਸ਼ ਆਪਾਂ ਗੱਲਾਂ ਦੇਖਦੇ ਹਾਂ ਕਿ ਉਸ ਸਮੇਂ ਉਹਨਾਂ ਨੇ ਆਪਣੇ ਸਿੰਘਾਂ ਨੂੰ ਇਸ ਤਰੀਕੇ ਦੇ ਨਾਲ, ਇਸ ਢੰਗ ਦੇ ਨਾਲ ਟ੍ਰੇਨ ਕੀਤਾ ਹੋਇਆ ਸੀ ਕਿ ਉਹ ਆਉਣ ਵਾਲੇ ਸਮੇਂ ਵਿੱਚ ਉਹ ਕਾਮਯਾਬ, ਆਉਣ ਵਾਲੇ ਸਮੇਂ ਵਿੱਚ ਉਹ ਜਿਹੜੀ ਸੰਗਤਾਂ ਦੀ ਜਾਂ ਪੰਥ ਦੀ ਸੇਵਾ ਕਰ ਸਕਣ। ਛੋਟੀ ਜਿਹੀ ਮਿਸਾਲ ਹੈ ਕਿ ਜਦੋਂ ਬਾਬਾ ਅਜੀਤ ਸਿੰਘ, ਜਿਹੜੇ ਵੱਡੇ ਸਾਹਿਬਜ਼ਾਦੇ ਨੇ, ਬੜੀ ਛੋਟੀ ਉਮਰ ਦੇ ਨੇ, ਤੇ ਉਹਨਾਂ ਨੂੰ ਵੀ ਉਹ ਇੱਕ ਜਦੋਂ ਰੰਘੜਾਂ ਨੇ ਹਮਲਾ ਕੀਤਾ ਸਿੱਖਾਂ ਦੇ ਉੱਪਰ, ਤੇ ਗੁਰੂ ਸਾਹਿਬ ਉਹਦੀ ਛੋਟੀ ਉਮਰ ਵਿੱਚ ਹੀ ਸਾਹਿਬਜ਼ਾਦੇ ਨੂੰ ਟ੍ਰੇਨਿੰਗ ਦੇ ਤੌਰ ਤੇ ਉੱਥੇ ਇੱਕ ਆਪਣਾ ਜਥਾ ਦੇ ਕੇ ਭੇਜਦੇ ਨੇ। ਉਹ ਬੜੀ ਕਾਮਯਾਬੀ ਨਾਲ ਉਹ ਜਥਾ, ਜਿਹੜੇ ਰੰਘੜ ਆ, ਉਹਨਾਂ ਨੂੰ ਸਜਾ ਕੇ ਦੇ ਕੇ ਵਾਪਸ ਆਉਂਦੇ ਨੇ। ਤੇ ਸਾਨੂੰ ਉਦੋਂ ਪਤਾ ਲੱਗਦਾ ਜਦੋਂ ਗੁਰੂ ਸਾਹਿਬ ਜਿਹੜੀ ਸਰਸਾ ਨਦੀ ਉਹ ਪਾਰ ਕਰਦੇ, ਔਰ ਉੱਥੇ ਸਵੇਰ ਦਾ ਸਮਾਂ ਹੁੰਦਾ, ਔਰ ਆਸਾ ਦੀ ਵਾਰ ਦਾ ਕੀਰਤਨ ਗੁਰੂ ਸਾਹਿਬ ਨਹਿਰ ਕ੍ਰਾਸ ਕਰਕੇ ਲਗਾ ਲੈਂਦੇ। ਤੇ ਸਾਹਿਬਜ਼ਾਦਾ ਅਜੀਤ ਸਿੰਘ ਉਨੀ ਦੇਰ ਤੱਕ ਪਿੱਛੇ ਫੌਜ ਨੂੰ ਰੋਕੀ ਰੱਖਦੇ ਨੇ ਜਿੰਨੀ ਦੇਰ ਤੱਕ ਅੱਗੇ ਆਸਾ ਦੀ ਵਾਰ ਦਾ ਕੀਰਤਨ ਸਮਾਪਤ ਨੇ। ਇਹ ਸਾਡਾ ਇਤਿਹਾਸ ਆ, ਜਿਹੜਾ ਗੁਰੂ ਸਾਹਿਬ ਨੇ ਖੁਦ ਜਿਹੜੇ ਆਪਣੇ ਸਿੰਘਾਂ ਨੂੰ ਟ੍ਰੇਨ ਕੀਤਾ ਆਉਣ ਵਾਲੇ ਸਮੇਂ 'ਚ। ਸੋ ਜਦੋਂ ਬਾਬਾ ਜੀ ਉੱਥੇ ਰਹਿੰਦੇ ਨੇ ਗੁਰੂ ਸਾਹਿਬ ਦੇ ਕੋਲ, ਉੱਥੇ ਲਗਾਤਾਰ ਉਹਨਾਂ ਨੇ ਕੁਛ ਮਹੀਨੇ ਗੁਰੂ ਸਾਹਿਬ ਦੇ ਨਾਲ ਰਹਿ ਕੇ, ਗੁਰੂ ਸਾਹਿਬ ਨੇ ਜਿਹੜੀ ਦਮਦਮਾ ਸਾਹਿਬ ਦੇ ਵਿੱਚ ਜਿਹੜੀ ਗੁਰੂ ਗ੍ਰੰਥ ਸਾਹਿਬ ਦੀ ਬੀੜ ਆ, ਉਹਨੂੰ ਦੁਬਾਰਾ ਉਹਨਾਂ ਨੇ ਉਚਾਰਿਆ, ਔਰ ਉਹਦੇ ਵਿੱਚ ਜੋ ਵਾਧੂ ਰਚਨਾਵਾਂ ਨਵੇਂ ਪਾਤਸ਼ਾਹ ਦੀਆਂ ਰਚ ਕੇ ਲਿਖਾ ਕੇ, ਤੇ ਜਿਹੜੀਆਂ ਬੀੜਾਂ ਸੀਗੀਆਂ ਜਿਹਦੇ ਵਿੱਚ ਨਾਲ ਉਹਨਾਂ ਦਾ ਸਹਿਯੋਗ ਭਾਈ ਮਨੀ ਸਿੰਘ ਨੇ ਦਿੱਤਾ, ਤੇ ਉਹ ਬੀੜਾਂ ਉਹਨਾਂ ਨੇ ਥਾਂ ਜਿੱਥੇ ਪਹੁੰਚਾਉਣੀਆਂ ਸੀ ਸਾਰੇ ਤਖਤਾਂ ਤੇ। ਇਹ ਜਿਹੜੀ ਗੱਲ ਇਹਦੇ ਵਿੱਚ ਸਾਰੇ ਦੇਖਣ ਵਾਲੀ ਆ ਨਾ, ਉਹ ਇਹ ਆ ਕਿ ਜਿਹੜੇ ਗੁਰੂ ਸਾਹਿਬ ਨੇ ਇਕੱਲੇ ਸੰਤਾਂ ਨੂੰ ਜਾਂ ਵਿਦਵਾਨਾਂ ਨੂੰ ਪੈਦਾ ਨਹੀਂ ਕੀਤਾ। ਐਟ ਦਾ ਸੇਮ ਟਾਈਮ ਉਹੀ ਸ਼ਖਸੀਅਤ ਜਿਹੜੀ ਇੱਕ ਸੰਤ ਜਾਂ ਵਿਦਵਾਨ ਆ, ਐਟ ਦਾ ਸੇਮ ਟਾਈਮ ਜਦੋਂ ਲੋੜ ਪੈਂਦੀ ਆ ਤੇ ਉਹ ਤਲਵਾਰ ਦੇ ਧਨੀ ਵੀ ਉਹ ਨਿਕਲਦੇ ਨੇ। ਤੇ ਜਦੋਂ ਵੀ ਕੌਮ ਨੂੰ ਲੋੜ ਪਈ, ਉਹਦੇ ਵਿੱਚ ਇੱਕ ਮੈਂ ਛੋਟਾ ਜਿਹਾ ਹਵਾਲਾ ਦੇਵਾਂ ਕਿ ਅਹਿਮਦ ਸ਼ਾਹ ਜਿਹੜਾ ਹੈਗਾ, ਉਹਨੇ ਅਫਗਾਨਿਸਤਾਨ ਤੋਂ ਕਈ ਵਾਰੀ ਹਮਲਾ ਕੀਤਾ ਹਿੰਦੁਸਤਾਨ ਤੇ ਇੱਕ ਵਾਰੀ ਸਾਰੇ ਹਿੰਦੁਸਤਾਨ ਨੂੰ ਲਤਾੜ ਕੇ ਜਦੋਂ ਵਾਪਸ ਜਾ ਰਿਹਾ ਸੀ, ਤੇ ਇੱਥੋਂ ਦੀ ਅਜ਼ਮਤ ਕੋਈ 20,000-22,000 ਬੱਚੀਆਂ ਵੀ ਉਹ ਆਪਣੇ ਨਾਲ ਬੰਨ੍ਹ ਕੇ ਲਿਜਾ ਰਿਹਾ ਸੀ। ਤੇ ਬਾਬਾ ਜੀ ਦੀ ਅਗਵਾਈ ਦੇ ਵਿੱਚ ਉਹਨਾਂ ਨੂੰ ਉੱਥੋਂ ਛਡਾਇਆ ਗਿਆ। ਔਰ ਜਦੋਂ ਛਡਾਇਆ, ਉਹਦੇ ਤੋਂ ਬਾਅਦ ਅਹਿਮਦ ਸ਼ਾਹ ਦੇ ਜਿਹੜੇ ਖੁਦ ਵੀ ਤੇ ਉਹਦੇ ਫੌਜੀ ਵੀ ਇੰਨੇ ਨਾਰਾਜ਼ ਹੋਏ ਸਿੱਖਾਂ ਤੇ ਕਿ ਉਹਨਾਂ ਨੇ ਸੋਚਿਆ ਕਿ ਇਹਨਾਂ ਦਾ ਖੁਰਾ ਖੋਜ ਮਿਟਾ ਦਿੱਤਾ ਜਾਵੇ, ਔਰ ਬੜਾ ਨੁਕਸਾਨ ਕੀਤਾ ਉਹਨਾਂ ਨੇ। ਤੇ ਉਹ ਮੈਂ ਬੜੇ ਭਰੇ ਮਨ ਨਾਲ ਇਹ ਗੱਲ ਕਹਿ ਰਿਹਾ ਕਿ ਜਦੋਂ 1984 ਦੇ ਵਿੱਚ ਪੰਥ ਦੇ ਉੱਪਰ ਹਿੰਦੁਸਤਾਨ ਦੇ ਲੋਕਾਂ ਨੇ ਹਮਲਾ ਕੀਤਾ, ਤਾਂ ਸਾਡੀਆਂ ਬੱਚੀਆਂ ਨੂੰ ਵੀ ਇਹਨਾਂ ਨੇ ਬੇਪਤ ਕੀਤਾ। ਇਹ ਇਹਨਾਂ ਦੀ ਇੱਕ ਮਿਸਾਲ ਆ। ਪਰ ਸਿੱਖਾਂ ਨੇ ਹਮੇਸ਼ਾ ਹੀ ਜੋ ਉਸ ਏਰੀਏ ਦੀ ਅਜ਼ਮਤ ਸੀ, ਜੋ ਇੱਜ਼ਤ ਆਬਰੂ ਸੀ, ਉਸ ਨੂੰ ਬਚਾਇਆ। ਭਾਵਾਂ ਕਿ ਸਾਡਾ ਹਰਿਮੰਦਰ ਉਦੋਂ ਵੀ
ਇਸੇ ਗੱਲ ਕਰਕੇ ਤਬਾਹ ਹੋ ਗਿਆ। ਤੇ ਬਾਬਾ ਜੀ ਨੂੰ ਜਦੋਂ ਪਤਾ ਲੱਗਾ, ਉਹਨਾਂ ਨੇ ਦੁਬਾਰਾ ਫਿਰ ਕੋਸ਼ਿਸ਼ ਕੀਤੀ ਆਪਣਾ ਜਥਾ ਲੈ ਕੇ, ਜਿਹੜੇ ਕਿ ਪਹਿਲਾਂ 5000 ਦੇ ਜਥੇ ਤੋਂ ਉਹ ਸ਼ੁਰੂ ਹੋਇਆ ਤੇ 20000 ਦੇ ਕਰੀਬ ਇਹਨਾਂ ਕੋਲ ਆਪਣੀ ਫੌਜ, 5000 ਦੇ ਕਰੀਬ ਇਹਨਾਂ ਕੋਲ ਫੌਜ ਹੋ ਗਈ ਸੀ, ਜਿਨ੍ਹਾਂ ਤੋਂ ਜਹਾਨ ਖਾਨ ਨੇ ਫਿਰ ਇਹਨਾਂ ਤੇ ਹਮਲਾ ਕੀਤਾ ਜਦੋਂ ਉਹਨੂੰ ਪਤਾ ਲੱਗ ਗਿਆ। ਤੇ ਉਸ ਲੜਾਈ ਦੇ ਵਿੱਚ ਬਾਬਾ ਜੀ ਜਿਹੜੇ ਹੈਗੇ ਉਹ ਸ਼ਹੀਦ ਹੁੰਦੇ ਨੇ, ਆਪਣਾ ਪ੍ਰਾਣ ਉਹ ਪੂਰਾ ਕਰਦੇ ਨੇ। ਇਸ ਤੋਂ ਪਹਿਲਾਂ ਵੀ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਲ 1707 ਦੇ ਕਰੀਬ ਉਹ ਜਦੋਂ ਇੱਥੇ ਸਰਹੰਦ ਦੀ ਮਤਲਬ ਬੈਟਲ ਦੇ ਵਿੱਚ ਉਹ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਲ ਹੋ ਕੇ ਜੂਝਦੇ ਨੇ, ਔਰ ਕਾਫੀ ਜਿਹੜੀ ਉਹਨਾਂ ਨੇ ਬਹਾਦਰੀ ਦੇ ਜੌਹਰ ਵੀ ਉਸ ਵੇਲੇ ਦਿਖਾਏ, ਔਰ ਉਸ ਤੋਂ ਬਾਅਦ ਫਿਰ ਉਹ ਆਪਣੇ ਵਿਦਵਤਾ ਦੇ ਕੰਮ ਦੇ ਵਿੱਚ ਲੱਗ ਗਏ। ਤੇ ਮੈਂ ਅਖੀਰ ਦੇ ਵਿੱਚ ਜਿੱਥੇ ਬਾਬਾ ਜੀ ਨੂੰ ਅੱਜ ਉਹਨਾਂ ਦੀ ਸ਼ਹੀਦੀ ਦਿਨ ਤੇ ਅਸੀਂ ਤਹਿ ਦਿਲੋਂ ਸ਼ਰਧਾਂਜਲੀ ਵੀ ਭੇਟ ਕਰਦੇ ਹਾਂ, ਅਤੇ ਸਾਡੇ ਲਈ ਅਸੀਂ ਫਿਰ ਸਮਝਦੇ ਹਾਂ ਕਿ ਸਾਡੇ ਲਈ ਇੱਕ ਬੜੇ ਹੀ ਮਾਣ ਵਾਲੀ ਗੱਲ ਹੈ ਕਿ ਸਾਡੀ ਕੌਮ ਨੇ ਅਜਿਹੇ ਸੰਤ ਸਿਪਾਹੀ, ਤਲਵਾਰ ਦੇ ਧਨੀ, ਮਨੁੱਖਤਾ ਦੇ ਰਾਖੇ ਪੈਦਾ ਕੀਤੇ। ਭਾਵਾਂ ਕਿ ਸਾਨੂੰ ਉਹਦੇ ਬਦਲੇ ਕਿਤਨਾ ਮਰਜ਼ੀ ਨੁਕਸਾਨ ਜਿਹੜਾ ਲੋਕਾਂ ਦਾ ਭਲਾ ਕਰਦਿਆਂ ਉਠਾਉਣਾ ਪਿਆ, ਪਰ ਉਹਨਾਂ ਨੇ ਆਪਣੀ ਜਿਹੜੀ ਕਮਿਟਮੈਂਟ ਸੀ, ਆਪਣਾ ਇਰਾਦਾ ਸੀ ਜਾਂ ਆਪਣਾ ਅਸੂਲ ਸੀ, ਉਹਦੇ ਤੋਂ ਉਹ ਪਿੱਛੇ ਨਹੀਂ ਹਟੇ। ਜੀ ਬਿਲਕੁਲ ਵੀਰ ਜੀ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਦਸ਼ਮੇਸ਼ ਪਿਤਾ ਦੀ ਸਿੱਖ ਕੌਮ ਦੇ ਯੋਧੇ ਸੀਗੇ, ਉਹਨਾਂ ਦਾ ਪੂਰਾ ਵੇਰਵਾ ਦਿੱਤਾ। ਅਸੀਂ ਇਹ ਵੀ ਜਾਣਨਾ ਚਾਹਾਂਗੇ ਤੁਹਾਡੇ ਕੋਲੋਂ ਕਿ ਜਿਹੜੇ 9 ਨਵੰਬਰ ਨੂੰ ਫ੍ਰੈਜ਼ਨੋ ਕੈਲੀਫੋਰਨੀਆ ਵਿਖੇ ਮੂਲ ਨਾਨਕਸ਼ਾਹੀ ਕੈਲੰਡਰ 2003 ਨੂੰ ਲਾਗੂ ਕਰਵਾਉਣ ਲਈ ਵੱਡੀ ਕਾਨਫਰੰਸ ਹੋਈ, ਜਿਸ ਵਿੱਚ ਬਹੁਤ ਸਾਰੀਆਂ ਗੁਰਦੁਆਰਿਆਂ ਕਮੇਟੀਆਂ ਅਤੇ ਸਿੱਖ ਜਥੇਬੰਦੀਆਂ ਦੇ ਨੁਮਾਇੰਦੇ ਸ਼ਾਮਿਲ ਹੋਏ। ਸਾਨੂੰ ਇਸ ਕਾਨਫਰੰਸ ਬਾਰੇ ਵੀ ਦੱਸੋ ਤੇ ਇਹ ਵੀ ਦੱਸੋ ਕਿ ਮੂਲ ਨਾਨਕਸ਼ਾਹੀ ਕੈਲੰਡਰ ਦੇ ਲਾਗੂ ਹੋਣ ਦੀਆਂ ਕਿੰਨੀਆਂ ਕੁ ਸੰਭਾਵਨਾਵਾਂ ਹਨ। ਇੱਥੇ ਵਰਲਡ ਸਿੱਖ ਫੈਡਰੇਸ਼ਨ, ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹੋਰ ਜਥੇਬੰਦੀਆਂ ਨੇ ਰਲ ਕੇ ਪਿਛਲੇ ਦਿਨਾਂ 'ਚ ਪਹਿਲਾਂ ਇੱਕ ਸਿਆਟਲ ਦੇ ਵਿੱਚ ਸੈਮੀਨਾਰ ਕੀਤਾ ਸੀ, ਉਹ ਬਹੁਤ ਹੀ ਪ੍ਰਭਾਵਸ਼ਾਲੀ ਰਿਹਾ। ਤੇ ਉਸ ਤੋਂ ਬਾਅਦ ਜਿਹੜਾ ਫ੍ਰੈਜ਼ਨੋ ਦੇ ਵਿੱਚ ਸੈਂਟਰਲ ਵੈਲੀ ਦੇ ਵਿੱਚ ਜਿੰਨੇ ਗੁਰਦੁਆਰੇ, ਉੱਥੋਂ ਦੇ ਪ੍ਰਬੰਧਕ, ਬੇ ਏਰੀਏ ਦੇ ਗੁਰਦੁਆਰਿਆਂ ਦੇ ਪ੍ਰਬੰਧਕ ਤੇ ਬਹੁਤ ਸਾਰੀਆਂ ਜਥੇਬੰਦੀਆਂ ਉਸ ਸਮਾਗਮ ਦੇ ਵਿੱਚ ਹਾਜ਼ਰ ਸੀ। ਹਰ ਇੱਕ ਬੁਲਾਰੇ ਨੇ ਆਪਣੀ ਜਿਹੜੀ ਵਿਦਵਤਾ ਦੇ ਅਨੁਸਾਰ ਤਕਰੀਰ ਕੀਤੀ, ਔਰ ਉੱਥੇ ਪੰਥ ਦੇ ਇੱਕ ਵਿਦਵਾਨ ਨੇ ਭਾਈ ਪੰਥਪ੍ਰੀਤ ਸਿੰਘ, ਉਹ ਵੀ ਆਏ ਹੋਏ ਸੀ, ਔਰ ਸਾਰਿਆਂ ਨੇ ਇੱਕ ਆਵਾਜ਼ ਹੋ ਕੇ ਇਹ ਗੱਲ ਕਹੀ ਕਿ ਸਾਡੀ ਵੱਖਰੀ ਸ਼ਨਾਖਤ ਦਾ ਪ੍ਰਤੀਕ ਨਾਨਕਸ਼ਾਹੀ ਕੈਲੰਡਰ ਇਹ ਬਿਨਾਂ ਸੋਧਾਂ ਤੋਂ 2003 ਵਾਲਾ ਹੀ ਮੁੜ ਕੇ ਲਾਗੂ ਹੋਣਾ ਚਾਹੀਦਾ, ਤਾਂ ਕਿ ਅਸੀਂ ਆਪਣੀ ਜਿਹੜੀ ਵੱਖਰੀ ਸਾਡੀ ਪ੍ਰਣਾਲੀ ਆ, ਵੱਖਰੀ ਸਾਡੀ ਹੋਂਦ ਹੈ, ਉਸ ਦਾ ਪ੍ਰਗਟਾਵਾ ਕਰਦੇ ਰਹੀਏ। ਤੇ ਜਿਵੇਂ ਤੁਹਾਡਾ ਸਵਾਲ ਹੈ ਕਿ ਇਹਦੀਆਂ ਕਿੰਨੀਆਂ ਕੁ ਸੰਭਾਵਨਾਵਾਂ ਨੇ, ਦੇਖੋ ਸਾਡਾ ਯਤਨ ਜਾਰੀ ਹੈ। ਅਸੀਂ ਸਾਡੀ ਕੋਸ਼ਿਸ਼ ਆ ਕਿ ਹਿੰਦੁਸਤਾਨ ਦੇ ਵਿੱਚ ਵੀ ਅੱਜ ਕੱਲ੍ਹ ਸਰਦਾਰ ਪਾਲ ਸਿੰਘ ਪੁਰੇਵਾਲ ਹਿੰਦੁਸਤਾਨ ਗਏ ਹੋਏ ਨੇ, ਤੇ ਉਹਨਾਂ ਨੇ ਕੱਲ੍ਹ ਨੂੰ ਪਾਕਿਸਤਾਨ, ਜਿੱਥੇ ਪਹਿਲੇ ਪਾਤਸ਼ਾਹ ਦਾ ਆਗਮਨਪੁਰ ਮਨਾਇਆ ਜਾ ਰਿਹਾ, ਉੱਥੇ ਜਾਣਾ। ਤੇ ਹਿੰਦੁਸਤਾਨ ਦੀ ਧਰਤੀ ਤੇ ਵੀ ਉਹਨਾਂ ਨੇ 2-3 ਸੈਮੀਨਾਰ ਕੀਤੇ ਨੇ। ਜੰਮੂ ਦੇ ਵਿੱਚ ਦਸੰਬਰ ਦੇ ਪਹਿਲੇ ਹਫ਼ਤੇ ਉਹ ਸੈਮੀਨਾਰ ਕਰ ਰਹੇ ਨੇ, ਤੇ ਲਾਹੌਰ ਦੇ ਆਪਣੇ ਪਾਕਿਸਤਾਨ ਦੀ ਧਰਤੀ ਤੇ ਵੀ ਨਨਕਾਣਾ ਸਾਹਿਬ ਵੀ, ਲਾਹੌਰ ਵੀ, ਉਹ 2 ਸਮਾਗਮਾਂ ਨੂੰ ਸੰਬੋਧਨ ਕਰਨਗੇ। ਸਾਡਾ ਜਿਹੜਾ ਮਕਸਦ ਹੈ ਇਸ ਵੇਲੇ ਵੱਧ ਤੋਂ ਵੱਧ ਲੋਕਾਂ ਨੂੰ ਐਜੂਕੇਟ ਕਰਨ ਦਾ ਤੇ ਦੱਸਣ ਦਾ ਕਿ ਇਹ ਜੋ ਇਹਨਾਂ ਨੇ ਸੋਧ ਕੀਤੀ ਹੈ 2010 ਵਿੱਚ, ਇਹ ਬੜੀ ਮਤਲਬ ਗੈਰ ਜ਼ਰੂਰੀ ਔਰ ਪੰਥ ਨੂੰ ਢਾਹ ਲਾਉਣ ਵਾਲੀ ਆ। ਤੇ ਅਸੀਂ ਹਰ ਵਾਰੀ ਇਹੀ ਅਪੀਲ ਕਰਦੇ ਹਾਂ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਕਿ ਜਿਹੜਾ ਡਿਊ ਪ੍ਰੋਸੈਸ ਹੈਗਾ ਕਿਸੇ ਵੀ ਗੱਲ ਦਾ, ਇਸੇ ਤਰ੍ਹਾਂ ਜਦੋਂ ਨਾਨਕਸ਼ਾਹੀ ਕੈਲੰਡਰ ਬਣਾਇਆ ਸੀ ਤਾਂ ਉਹਦੇ ਵਿੱਚ ਕੋਈ ਵੀ ਚੇਂਜ ਹੋ ਸਕਦੀ ਆ, ਇਹ ਤਾਂ ਨਹੀਂ ਹੈ ਕਿ ਕੋਈ ਪਰਮਾਨੈਂਟ ਆ, ਪਰ ਹਰ ਗੱਲ ਦਾ ਜਿਹੜਾ ਹੈਗਾ ਡਿਊ ਪ੍ਰੋਸੈਸ ਹੁੰਦਾ। ਅਗਰ ਡਿਊ ਪ੍ਰੋਸੈਸ ਵਿੱਚ ਲਿਆ ਕੇ ਇਹਨੂੰ ਭਾਵੇਂ ਜਿੰਨਾ ਮਰਜ਼ੀ ਤੁਸੀਂ ਵਿਦਵਾਨਾਂ ਦੀ ਰਾਏ ਦੇ ਮੁਤਾਬਕ ਚੇਂਜ ਕਰਤਾ ਜਾਵੇ, ਸਾਨੂੰ ਕੋਈ ਇਤਰਾਜ਼ ਨਹੀਂ, ਪਰ ਉਹਦਾ ਪ੍ਰੋਸੈਸ ਜਿਹੜਾ ਜ਼ਰੂਰ ਫੋਲੋ ਹੋਣਾ ਚਾਹੀਦਾ। ਇਹ ਨਹੀਂ ਹੈ ਵੀ ਅੱਜ ਉਹਨਾਂ ਨੇ ਚੇਂਜ ਕਰਤਾ, ਕੱਲ੍ਹ ਨੂੰ ਕਿਸੇ ਹੋਰ ਨੇ ਉੱਠਿਆ ਤਾਂ ਉਹਦਾ ਬਿਲਕੁਲ ਹੀ ਬਦਲਾਅ ਕਰਕੇ ਰੱਖਤਾ। ਤੇ ਇਹ ਇੱਕ ਪੰਥ ਨੂੰ ਭੰਬਲ ਭੂਸੇ ਵਿੱਚ ਪਾਉਣ ਵਾਲੀ ਗੱਲ ਆ, ਤੇ ਮੈਂ ਸਮਝਦਾ ਇਹ ਨਹੀਂ ਹੋਣੀ ਚਾਹੀਦੀ। ਔਰ ਸਾਡੀ ਅਪੀਲ ਆ ਤੇ ਬੇਨਤੀ ਕਰਦੇ ਹਾਂ ਅਸੀਂ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਵੀ
ਕਿ ਉਹ ਜਲਦ ਤੋਂ ਜਲਦ ਸਿੱਖ ਭਾਵਨਾਵਾਂ ਨੂੰ ਮੱਦੇ ਨਜ਼ਰ ਰੱਖਦਿਆਂ ਹੋਇਆਂ 2003 ਵਾਲਾ ਜਿਹੜਾ ਕੈਲੰਡਰ ਹੈਗਾ ਜੀ ਉਸ ਨੂੰ ਫਿਰ ਤੋਂ ਲਾਗੂ ਕਰ। ਜੀ ਬਿਲਕੁਲ ਵੀਰ ਜੀ, ਤੁਹਾਡਾ ਬਹੁਤ ਬਹੁਤ ਸ਼ੁਕਰ, ਤੁਸੀਂ ਆਪਣੇ ਵਿਚਾਰ ਸਾਂਝੇ ਕੀਤੇ ਸਾਰੇ ਸਿੱਖ ਸੰਗਤਾਂ ਦੇ ਨਾਲ। TV 84 ਤੇ ਤੁਸੀਂ ਆਪਣਾ ਟਾਈਮ ਕੱਢਿਆ ਤੇ ਮੈਂ ਤੁਹਾਡੇ ਕੋਲ ਇੱਥੇ ਇਜਾਜ਼ਤ ਲੈਣੀ। ਸਾਡੇ ਕੋਲ ਤੁਹਾਡੇ ਹੋਰ ਵੀ ਬਹੁਤ ਸਾਰੇ ਕੁਐਸਚਨ ਨੇ, ਪਰ ਸਾਡਾ ਟਾਈਮ ਇਸ ਵੇਲੇ ਇਜਾਜ਼ਤ ਨਹੀਂ ਲੈ ਰਿਹਾ। ਤੇ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਵੀਅਰਸ, ਇੱਥੇ ਮੈਂ ਤੁਹਾਡੇ ਕੋਲ ਇਜਾਜ਼ਤ ਲੈਣੀ ਹਾਂ। ਕੱਲ੍ਹ ਨੂੰ ਮਿਲਾਂਗੇ ਸੇਮ ਟਾਈਮ ਸੇਮ ਸ਼ੋ ਤੇ। ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।